ਸਤਿ ਸ੍ਰੀ ਅਕਾਲ। ਮੈਂ ਹਾਂ ਵਿਨੀਤ ਕਪੂਰ ਔਰ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਸ ਢੰਗ ਦੇ ਨਾਲ ਕਿਸਾਨ ਦਿੱਲੀ ਦੇ ਵਿੱਚ ਮੋਰਚਾ ਲਾਏ ਹੋਏ ਨੇ, ਦਿੱਲੀ ਦੇ ਵਿੱਚ ਵਿਰੋਧ ਹੋ ਰਹੇ ਨੇ। ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਵ ਵੀ ਪਹਿਲਾਂ ਹੁੰਦਾ ਨਜ਼ਰ ਆਇਆ ਸੀ। ਹੁਣ ਭਾਜਪਾ ਆਗੂ ਜਿਹੜੇ ਸੂਬੇ ਦੇ ਵਿੱਚ ਵਿਚਰ ਰਹੇ ਨੇ, ਕਿਤੇ ਨਾ ਕਿਤੇ ਆਪਣੀ ਪਾਰਟੀ ਦੀ ਪੋਲਿਸੀ ਜਿਹੜੀ ਹੈ ਉਹ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ हैं, ਉਹਨਾਂ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ। ਅਰੁਣ ਨਾਰੰਗ ਜਿਹੜੇ ਭਾਜਪਾ ਦੇ ਵਿਧਾਇਕ ਹੈ, ਉਹਨਾਂ ਨਾਲ ਜਿਸ ਢੰਗ ਦੇ ਨਾਲ ਕੱਲ ਮਾਰਕੁੱਟ ਹੋਈ, ਇਸ ਤੋਂ ਪਹਿਲਾਂ ਰਾਜੇਸ਼ ਬੱਗਾ ਭਾਜਪਾ ਆਗੂ ਜਿਹੜੇ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਨਜ਼ਰ ਆਈ ਸੀ ਜਿਸ ਦੇ ਵਿੱਚ ਤੁਹਾਡਾ ਵੀ ਰੋਪੜ ਵਿਖੇ ਇੱਕ ਵੱਡਾ ਵਿਰੋਧ ਹੁੰਦਾ ਨਜ਼ਰ ਆਇਆ ਸੀ। ਹੱਥ ਜੋੜ ਕੇ ਉੱਥੋਂ ਤੁਸੀਂ ਨਿਕਲਦੇ ਹੋਏ ਨਜ਼ਰ ਆਏ। ਕੀ ਮੰਨਦੇ ਹੋ ਕਿ ਖੇਤੀਬਾੜੀ ਕਾਨੂੰਨਾਂ ਕਰਕੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਜਾਂ ਫਿਰ ਭਾਜਪਾ ਨੇਤਾਵਾਂ ਦੀ ਜਿਹੜੀ ਭਾਸ਼ਾ ਸ਼ੈਲੀ ਹੈ ਉਹ ਵੀ ਕਿਤੇ ਨਾ ਕਿਤੇ ਵਿਰੋਧ ਨੂੰ ਹੋਰ ਤਿੱਖਾ ਕਰਦੀ ਹੋਈ ਨਜ਼ਰ ਆ ਰਹੀ ਹੈ? ਵਨੀਤ ਜੀ, ਜਦੋਂ ਇਹ ਕਾਨੂੰਨ ਨੂੰ ਲੈ ਕੇ ਲੋਕਾਂ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਉਦੋਂ ਵੀ ਅਸੀਂ ਕਈ ਜਥੇਬੰਦੀਆਂ ਨਾਲ, ਸਮਾਜਿਕ ਲੀਡਰਾਂ ਨਾਲ, ਜਿਹੜੇ ਕਿਸਾਨੀ ਤੇ ਕੰਮ ਕਰ ਰਹੇ ਉਹਨਾਂ ਨਾਲ ਉਦੋਂ ਗੱਲਬਾਤ ਕੀਤੀ ਸੀ ਤੇ ਉਹਨਾਂ ਨੂੰ ਦੱਸਿਆ ਸੀ ਵੀ ਇਹਦੇ ਵਿੱਚ ਜੇ ਤੁਹਾਨੂੰ ਲੱਗਦਾ ਕੋਈ ਗੱਲਬਾਤ ਆ, ਤੁਹਾਨੂੰ ਵੀ ਇਹਨੂੰ ਕੁਛ ਕਰਨ ਦੀ ਲੋੜ ਆ, ਕਿਉਂਕਿ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਵੀ ਸਾਡਾ ਵੋਟ ਬੈਂਕ ਖਰਾਬ ਹੋਵੇ। ਨਾ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਚਾਹੂਗੀ, ਨਾ ਕੇਂਦਰ 'ਚ ਅਸੀਂ ਚਾਹਾਂਗੇ। ਇਸ ਵਾਸਤੇ ਤੁਹਾਨੂੰ ਜੋ ਲੱਗਦਾ ਉਹਦਾ ਡਾਇਲੋਗ ਕਰਕੇ ਉਦੋਂ ਹੱਲ ਕਰ ਦਿੰਦੇ ਆ। ਉਦੋਂ ਸਿਰਫ ਇੱਕੋ ਮੰਗ ਸੀ ਵੀ ਇੱਕ MSP ਤੇ ਇੱਕ ਜਿਹੜਾ ਕਾਨੂੰਨ ਉਹਦੇ ਵਿੱਚ ਵੀ ਕੋਰਟ ਵਿੱਚ ਜਾਣ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ, SDM ਦੀ ਕੋਰਟ ਵਿੱਚ ਨਹੀਂ। ਇੱਦਾਂ ਤਿੰਨ ਕੁ ਮੰਗਾਂ ਦੀ ਗੱਲ ਸੀ। ਉਦੋਂ ਕਾਫੀ ਹੱਦ ਤੱਕ ਇਹ ਲੱਗਦਾ ਸੀ ਵੀ ਇਹ ਕਰਵਾ ਲਾਂਗੇ। ਉਦੋਂ ਆ ਡਾਇਲੋਗ ਚਾਲੂ ਹੋਇਆ, ਕਈ ਬੈਠਕਾਂ ਹੋਈਆਂ, ਫਿਰ ਸਰਕਾਰ ਨੇ ਇਹ ਗੱਲ ਨੂੰ ਮੰਨ ਵੀ ਲਿਆ ਵੀ ਠੀਕ ਆ, ਅਸੀਂ ਇਹ ਤਿੰਨੇ ਕੰਮ ਕਰ ਦਾਂਗੇ ਤੁਹਾਡੇ। ਪਰੰਤੂ ਉਸ ਤੋਂ ਬਾਅਦ ਕੁਛ ਵਿੱਚ ਕਿਉਂਕਿ ਜਥੇਬੰਦੀਆਂ ਜ਼ਿਆਦਾ ਹੋਣ ਦੇ ਕਾਰਨ ਕੁਛ ਜਥੇਬੰਦੀਆਂ ਅੜ ਗਈਆਂ, ਨਹੀਂ ਅਸੀਂ ਜੈਸ ਨੋ ਹੀ ਚਾਹੁੰਦੇ ਹਾਂ। ਉਹ ਤੋਂ ਬਾਅਦ ਫਿਰ ਡਾਇਲੋਗ ਟੁੱਟ ਗਿਆ। ਉਸ ਤੋਂ ਬਾਅਦ ਹੁਣ ਫਿਰ ਜਾਣੀ ਸਾਹਿਬ ਨੇ ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਫਿਰ ਅਗਲੇ ਰਾਊਂਡ ਦੀ ਜਿਹੜੀ ਗੱਲਬਾਤ ਚਾਲੂ ਕਰਕੇ ਤੇ ਹੁਣ ਤਕਰੀਬਨ ਵੀ ਕਾਫੀ ਜਥੇਬੰਦੀਆਂ ਨਾਲ ਉਹਨਾਂ ਦੀ ਪਰਸਨਲ ਗੱਲ ਹੋਈ ਆ ਤੇ ਇਹਨੂੰ ਨਿਬੇੜ ਕੇ ਵੀ ਅਸੀਂ ਇੱਕ ਫਿਰ ਸ਼ੁਰੂਆਤ ਚੰਗੀ ਕਰਾਂਗੇ ਪੰਜਾਬ 'ਚ। ਕਿਉਂਕਿ ਜੇ ਪਹਿਲੇ ਕਾਨੂੰਨ ਚੰਗੇ ਹੁੰਦੇ ਤਾਂ ਸ਼ਾਇਦ 1200 ਤੋਂ ਉੱਪਰ ਲੋਕ ਖੁਦਕੁਸ਼ੀਆਂ ਨਾ ਕਰਦੇ। ਪਿਛਲੇ 4 ਸਾਲਾਂ 'ਚ 1200 ਤੋਂ ਉੱਪਰ ਲੋਕ ਖੁਦਕੁਸ਼ੀ ਕਰ ਚੁੱਕੇ ਆ। ਉਹ ਗੱਲਾਂ ਨੂੰ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ। ਉਹ ਗੱਲ ਨੂੰ ਸਮਝਦੇ ਹੋਏ ਮੈਨੂੰ ਲੱਗਦਾ ਵੀ ਸਾਨੂੰ ਪੰਜਾਬ ਦੇ ਹੱਲ ਕਰਨਾ ਚਾਹੀਦਾ ਵੀ ਪੰਜਾਬ ਦੀ ਕਿਸਾਨੀ ਕਿੱਦਾਂ ਬਚੇ, ਉਹਦੀ ਇਨਕਮ ਡਬਲ ਕਿੱਦਾਂ ਹੋਵੇ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਨਾ ਕਿ ਅਸੀਂ ਆਪਸ ਵਿੱਚ ਲੜੀ ਜਾਈਏ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਤਾ, ਕਦੀ ਕਿਸੇ ਦਾ ਕਰਤਾ। ਵਿਰੋਧ ਦੀ ਬਜਾਏ ਇਹਨੂੰ ਡਾਇਲੋਗ ਕਰਕੇ ਹੱਲ ਕਰਨਾ ਚਾਹੀਦਾ। ਉਦੋਂ ਵੀ ਮੈਨੂੰ ਜਿਹੜੇ ਕੁਝ ਜਥੇਬੰਦੀ ਦੇ ਲੋਕ ਮਿਲੇ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਦੱਸੋ ਡਾਇਲੋਗ, ਤੁਸੀਂ ਵੀ ਆਪਣੀ ਜਥੇਬੰਦੀਆਂ ਨੂੰ ਮਨਾਓ, ਅਸੀਂ ਵੀ ਆਪਣੀ ਸਰਕਾਰ ਨੂੰ ਕਹਿ ਰਹੇ ਵੀ ਡਾਇਲੋਗ ਚਾਲੂ ਕਰੋ ਤੇ ਮੈਨੂੰ ਲੱਗਦਾ ਇਹ ਹੱਲ ਕਰੀਏ। ਤੇ ਜਿਹੜਾ ਪਰ ਅਰੁਣ ਨਾਰੰਗ ਜੀ ਦਾ ਹੋਇਆ ਉਹ ਇੱਕ ਬਹੁਤ ਸ਼ਰਮ ਸਾਡੇ ਲਈ, ਪਰਸਨਲ ਸਾਰਿਆਂ ਲਈ। ਕਦੇ ਐਜ਼ ਏ ਪੰਜਾਬੀ, ਉਹ ਵੀ ਸਾਡਾ ਪੰਜਾਬੀ ਭਰਾ ਆ, ਠੀਕ ਨਹੀਂ। ਇੱਕ ਪੰਜਾਬੀ ਨੂੰ ਤੁਸੀਂ ਕਦੀ ਵੀ ਮਾੜੇ ਤੋਂ ਮਾੜੇ ਹਾਲਾਤਾਂ 'ਚ ਵੀ ਪੰਜਾਬ ਜਦੋਂ ਐਮਰਜੈਂਸੀ ਵੀ ਰਹੀ ਆ ਜਾਂ ਕੋਈ ਵੀ ਮਾਹੌਲ ਰਿਹਾ, ਉਦੋਂ ਵੀ ਇਦਾਂ ਨਹੀਂ ਵੀ ਕਿਸੇ ਨੂੰ ਨੰਗਾ ਘੁਮਾਇਆ ਜਾਵੇ। ਹਾਲੇ ਹੋਰ ਸਟੇਟਾਂ 'ਚ ਜਿੱਥੇ ਅਨਪੜ੍ਹਤਾ ਆ ਜਾਂ ਜਿੱਥੇ ਲੋਕਾਂ 'ਚ ਭਾਈਚਾਰਾ ਨਹੀਂ ਆ, ਉੱਥੇ ਇਦਾਂ ਦਾ ਹੋ ਜਾਵੇ ਤਾਂ ਉੱਥੇ ਅਸੀਂ ਕਹਿੰਦੇ ਵੀ ਮੌਬ ਲਿੰਚਿੰਗ ਹੋ ਗਿਆ ਜਾਂ ਹੋਰ ਹੋ ਗਿਆ। ਪਰ ਇਹ ਘਟਨਾ ਪੰਜਾਬ 'ਚ ਹੋਣੀ ਇੱਕ ਸ਼ਰਮ ਵਾਲੀ ਗੱਲ ਆ। ਉਹ ਵੀ ਬੱਗਾ ਸਾਹਿਬ, ਲੋਕੀ ਜਿਹੜੇ ਵਿਰੋਧ ਕਰ ਰਹੇ, ਤੁਹਾਡਾ ਜਿਹੜਾ ਵਿਰੋਧ ਹੋਇਆ ਕਿਸਾਨਾਂ ਦੀ ਤਰਫੋਂ ਕੀਤਾ ਗਿਆ? ਨੇ ਉਸ ਦਿਨ ਤੇ ਉਹ ਕਾਮਰੇਡ ਸੀ ਜਿਹੜੇ ਰੋੜੀ ਸਾਹਿਬ ਤੇ ਹੋਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੇ। ਉਹ C2 ਉਹ ਜਥੇਬੰਦੀ ਦੂਸਰੀ ਸੀ ਜਿਹੜੀ ਆਪਣੇ ਮੁਲਾਜ਼ਮ ਜਥੇਬੰਦੀ ਤੇ, ਪਰ ਉਹ ਕਿਸਾਨ ਦਾ ਝੰਡਾ ਲੈ ਕੇ ਆਏ ਸੀ ਤੇ ਮੇਰੇ ਵਾਕਫ ਸੀ। ਮੇਰੇ ਤੋਂ ਕਮਿਸ਼ਨ 'ਚ ਵੀ ਬਹੁਤ ਵਾਰੀ SC ਕਮਿਸ਼ਨ ਦਾ ਜੋ ਮੈਂ ਚੇਅਰਮੈਨ ਸੀ, ਕਈ ਵਾਰੀ ਮਿਲੇ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜਿਹੜੀ ਅਸੀਂ ਅੱਜ ਗੱਲ ਰੱਖਣਾ ਇਹ ਅੱਜ ਕੋਈ ਕਿਸਾਨਾਂ ਨੂੰ ਸਮਝਾਉਣ ਜਾਂ ਕਿਸਾਨਾਂ ਨੂੰ ਦੱਸਣ ਨਹੀਂ ਆਏ। ਅੱਜ ਅਸੀਂ ਤਾਂ ਗੱਲ ਸਿਰਫ ਕੈਪਟਨ ਸਰਕਾਰ ਦੇ ਜਿਹੜੇ 4 ਸਾਲ ਆ, ਜਿਹੜੇ ਉਹਨਾਂ ਨੇ ਗੱਲ ਕੀਤੀ ਆ ਵੀ 4 ਸਾਲ ਸਾਡੇ ਬਹੁਤ ਵਧੀਆ ਰਹੇ ਆ, ਅਸੀਂ ਜਿੰਨੀਆਂ ਸ਼ਰਤਾਂ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨੂੰ ਬਿਲਕੁਲ ਪੂਰੇ ਕਰਤੇ, ਵੀ ਉਹ ਗੱਲਾਂ ਕਰਨ ਆਏ ਆ ਵੀ ਉਹਨਾਂ ਨੇ ਕੀ ਕੀਤਾ ਆ ਵੀ 4 ਸਾਲਾਂ 'ਚ। ਤਾਂ ਹੀ ਦੇਖਣ ਨੂੰ ਮਿਲ ਰਿਹਾ ਨਾ ਕਿ ਇੱਕ ਪਾਸੇ ਕਿਸਾਨ ਜਿਹੜਾ ਸੈਂਟਰ ਦੀ ਦਲੀਜ ਤੇ ਬੈਠਾ ਹੈ ਪਿਛਲੇ 4 ਮਹੀਨਿਆਂ ਤੋਂ, ਸਾਡੀ ਗੱਲ ਸੁਣ ਲਓ, ਸਾਡੀ ਗੱਲ ਮੰਨ ਲਓ, ਕਾਨੂੰਨ ਰੱਦ ਕਰ ਦਿਓ, ਸਾਨੂੰ ਤੁਸੀਂ ਘਰ ਨੂੰ ਤੋਰੋ। ਤੁਹਾਡੀ ਕੇਂਦਰ ਦੀ ਸਰਕਾਰ ਜਿਹੜੀ ਉਹਨਾਂ ਦੀ ਸੁਣਨ ਲਈ ਤਿਆਰ ਨਹੀਂ। ਤੁਸੀਂ ਆਪਣੀ ਪਾਲਿਸੀਆਂ ਲੈ ਕੇ ਪੰਜਾਬ ਦੇ ਵਿੱਚ ਵਿਚਰਨਾ ਸ਼ੁਰੂ ਕਰਤਾ, ਤੁਸੀਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਸ਼ੁਰੂ ਕਰਦੀ। ਇਸ ਕਰਕੇ ਨਹੀਂ ਵਿਰੋਧ ਹੋ ਰਿਹਾ ਤੁਹਾਡਾ? ਨਹੀਂ, ਉਸ ਦਿਨ ਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਉਹ ਤੇ ਮੈਂ ਉਹਨਾਂ ਨੂੰ ਕਿਹਾ, ਰੂੜੀ ਸਾਹਿਬ ਨੂੰ ਮੈਂ ਕਿਹਾ, ਜੇ ਤੇ ਅਸੀਂ ਕੋਈ ਵੋਟ ਬੈਂਕ ਦੀ ਗੱਲ ਕਰਦੇ, ਸਾਡਾ ਇੱਕ ਆਮ ਪੰਜਾਬੀ ਹੋਣ ਦੇ ਨਾਤੇ, ਕਿਉਂਕਿ ਮੈਨੂੰ ਐਜ਼ ਏ ਸਾਬਕਾ ਚੇਅਰਮੈਨ ਦੇ ਨਾਤੇ ਬਹੁਤ ਸਟੂਡੈਂਟ ਮਿਲਦੇ ਜਿਹਨਾਂ ਨੂੰ ਸਰਟੀਫਿਕੇਟ ਨਹੀਂ ਮਿਲ ਰਹੇ, ਕੀ ਅਸੀਂ ਉਹਨਾਂ ਦੀ ਆਵਾਜ਼ ਨਹੀਂ ਉਠਾ ਸਕਦੇ? ਉਹ ਬੱਚਿਆਂ ਦਾ ਕੋਈ ਅਧਿਕਾਰ ਨਹੀਂ। ਦਲਿਤ ਜਿਹੜੇ ਬੱਚੇ ਆ, ਕੀ ਉਹਨਾਂ ਦੀ ਲੜਾਈ ਮੈਂ ਐਜ਼ ਏ ਚੇਅਰਮੈਨ ਹੁੰਦਾ ਹੋਇਆ ਸਰਕਾਰ ਨਾਲ ਲੜਦੇ ਹੁੰਦੇ ਸੀ ਵੀ ਉਹਨਾਂ ਦੇ ਪੋਸਟ ਮੈਟ੍ਰਿਕ ਦੇ ਪੈਸੇ ਨਹੀਂ ਮਿਲ ਰਹੇ, ਕਈ ਇਨਕੁਆਰੀਆਂ ਲਾਉਂਦੇ ਸੀ, ਉਹਨਾਂ ਨੂੰ ਕਿਤਾਬਾਂ ਨਹੀਂ ਮਿਲ ਰਹੀਆਂ, ਕਾਪੀਆਂ ਨਹੀਂ ਮਿਲ ਰਹੀਆਂ।
ਤੇ ਉਦੋਂ ਸਰਕਾਰ ਦੇ ਵਿੱਚ ਜੇ ਅਸੀਂ ਲੜ ਸਕਦੇ, ਵਿਪਕਸ਼ 'ਚ ਕਿਉਂ ਨਹੀਂ ਲੜਨਾ? ਸਾਡਾ ਉਹ ਇੱਕ ਧਰਮ ਬਣਦਾ। ਮੈਂ ਉਦੋਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਆਪਣੀ ਗੱਲ ਰੱਖ ਸਕਦੇ ਆ, ਚੰਗੀ ਗੱਲ ਆ, ਪਰੰਤੂ ਜੇ ਹੋਰ ਕਿਸੇ ਦੀ ਗੱਲ ਆ ਉਹਨੂੰ ਨੱਪਣ ਦੀ ਕੋਸ਼ਿਸ਼ ਨਾ, ਵੀ ਕਿਸਾਨਾਂ ਦੀ ਆੜ 'ਚ ਅਸੀਂ ਦਲਿਤਾਂ ਦੇ ਇਸ਼ੂ ਜਿਹੜੇ ਆ 4 ਸਾਲ ਉਹਨਾਂ ਨੂੰ ਲੁੱਟਿਆ ਗਿਆ, ਉਹ ਇਸ਼ੂ ਖਤਮ ਕਰ ਦਈਏ। ਮੈਨੂੰ ਲੱਗਦਾ ਮੈਂ ਐਜ਼ ਏ ਸ਼ਡਿਊਲ ਕਾਸਟ ਹੁਣ ਨਹੀਂ, ਮੈਂ ਉਹਨਾਂ ਨੂੰ ਕਿਹਾ, ਮੈਂ ਇਸ ਨੂੰ ਮੰਨਦੇ ਹੋ, ਚਲੋ ਮੰਨਦੇ ਆ ਕਿ ਉਹ ਵੀ ਵੱਡਾ ਮੁੱਦਾ ਹੈ, ਲੇਕਿਨ ਇਸ ਵਕਤ ਪੰਜਾਬ ਦੀ ਹੋਂਦ ਦਾ ਸਵਾਲ ਦੱਸਿਆ ਜਾਂਦਾ ਹੈ ਕਿ ਆਹ ਖੇਤੀ ਕਾਨੂੰਨ ਅਗਰ ਲਾਗੂ ਹੋ ਗਏ ਤੇ ਪੰਜਾਬ ਦੀ ਹੋਂਦ ਤੇ ਸਵਾਲ ਚੁੱਕੇ ਜਾਣਗੇ, ਕਿਸਾਨੀ ਬਰਬਾਦੀ ਵੱਲ ਨੂੰ ਤੁਰੇਗੀ। ਇਸ ਕਰਕੇ ਸਾਰਾ ਪੰਜਾਬ ਅੱਜ ਇਕੱਠਾ ਹੋਇਆ ਹੈ ਔਰ ਇਨ ਕਾਨੂੰਨਾਂ ਦਾ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ। ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਵੱਡਾ ਇਸ਼ੂ ਹੈ? ਹੋਰ ਮੁੱਦਿਆਂ ਤੋਂ ਪਹਿਲਾਂ ਇਸ ਮੁੱਦੇ ਨੂੰ ਸੁਲਝਾਉਣਾ ਪ੍ਰਾਇੋਰਟੀ ਰਹਿਣੀ ਚਾਹੀਦੀ ਸੀ ਪੰਜਾਬ ਭਾਜਪਾ ਆਗੂਆਂ ਦੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਪੰਜਾਬੀ ਦੱਸਦੇ ਹੋ, ਪੰਜਾਬ ਨਾਲ ਤਾਲੁਕ ਰੱਖਦੇ ਹੋ, ਤੇ ਅੱਜ ਸਾਰਾ ਪੰਜਾਬ ਜਦੋਂ ਵਿਰੋਧ ਕਰ ਰਿਹਾ, ਬਾਰਡਰਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ, ਤੇ ਤੁਹਾਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੁਣ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਸੀ। ਦੇਖੋ, ਉਦੋਂ ਮੈਂ ਉਹ ਕਾਮਰੇਡ ਸਾਹਿਬ ਨੂੰ ਕਿਹਾ ਸੀ, ਮੈਂ ਕਿਹਾ ਵੀ ਜੇ ਤੁਸੀਂ ਸਾਡੇ ਨਾਲ ਡਾਇਲੋਗ ਦੀ ਗੱਲ ਕਰਦੇ, ਅਸੀਂ ਤਿਆਰ ਹਾਂ, ਕੋਈ ਦੌੜਦਾ ਨਹੀਂ। ਉਹਦੇ ਲਈ ਇੱਕ ਕਮੇਟੀ ਬਣਾਈ ਆ, ਤੁਸੀਂ ਕਮੇਟੀ ਨੂੰ ਜਦੋਂ ਕਹੋ ਅਸੀਂ ਤੁਹਾਡੇ ਨਾਲ ਬਿਠਾ ਦਿੰਦੇ ਆ, ਉਹਦੇ ਲਈ ਮੰਤਰੀ ਵਿੱਚ ਬੈਠੇ ਆ, ਪਰੰਤੂ ਤੁਸੀਂ ਕਾਂਗਰਸ ਨੂੰ ਬਚਾਉਣ ਲਈ ਇਹ ਅੰਦੋਲਨ ਨੂੰ ਵਰਤੋ। ਇਹ ਤਾਂ ਸਿੱਧਾ ਸਿੱਧਾ ਸੀ ਨਾ, ਉਹ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਆ, ਉਹ ਤੇ ਕੈਪਟਨ ਸਰਕਾਰ ਦਾ ਪੱਖ ਲੈ ਰਹੇ ਆ ਵੀ ਤੁਸੀਂ ਕੈਪਟਨ ਦੇ ਵਰਖਲਾਫ ਕਿਉਂ ਬੋਲਦੇ ਆ, ਤੁਹਾਡੀ ਕੀ ਜ਼ਰੂਰਤ ਆ ਕੈਪਟਨ ਦੇ ਵਰਖਲਾਫ ਬੋਲਣ ਦੀ, ਤੁਸੀਂ ਤਾਂ ਕਿਸਾਨ ਵਿਰੋਧੀ ਆ। ਜਦ ਗੱਲ ਕਰੋ, ਤੁਸੀਂ ਕੈਪਟਨ ਦੀ ਉਹਦੇ ਨਾਲ ਕੀ ਲੈਣਾ ਦੇਣਾ? ਜਿਹੜਾ ਉਦੋਂ ਉਹ ਗੱਲ ਕਰਦੇ ਕਹਿੰਦੇ ਤੁਹਾਨੂੰ, ਤੁਸੀਂ ਕਿਉਂ ਕਾਂਗਰਸ ਸਰਕਾਰ ਦੇ ਦੁਆਲੇ? ਅਸੀਂ ਕਿਹਾ ਕਾਂਗਰਸ ਸਰਕਾਰ ਜੇ 4 ਸਾਲ ਆ, ਉਹਨੂੰ ਅਸੀਂ ਗੱਲ ਕਰਦੇ ਆ, ਸਾਨੂੰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ। ਇੱਕ ਗਲਤੀ ਕਰ ਲਵੇ ਤੇ ਉਹ ਦੂਸਰੇ ਦੀ ਆੜ, ਇੱਕ ਬੰਦੇ ਨੇ ਹੈਲਮਟ ਨਹੀਂ ਲਿਆ, ਉਹ ਬਾਕੀ ਕਵੇ ਉਹਨੇ ਨਹੀਂ ਲਿਆ ਤੇ ਤੁਸੀਂ ਵੀ ਬਣਾ ਲਓ, ਤੇ ਮੈਨੂੰ ਲੱਗਦਾ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਬਲਕਿ ਪੰਜਾਬ ਜਿਹੜਾ ਬਹੁਤ ਮਾਇਨੇ ਕੀ ਹੈ ਕਿ ਇੱਕ ਗਲਤੀ ਕਰ ਲੈ, ਯਾਨੀ ਇੱਕ ਹੈਲਮਟ ਨਹੀਂ ਪਾ ਕੇ ਜਾ ਰਿਹਾ ਤੇ ਦੂਸਰਾ ਵੀ ਹੈਲਮਟ ਨਹੀਂ, ਇਸਦਾ ਕੀ ਮਾਣੇ? ਵੀ ਕੇਂਦਰ ਨੇ ਕਾਨੂੰਨ ਬਣਾ ਕੇ ਜਿਹੜਾ ਕਿਸਾਨਾਂ ਨੂੰ ਉਹਨਾਂ ਦੀ ਦਲੀਲ ਤੇ ਖੜਾ ਕਰਤਾ। ਮੇਰੀ ਪਹਿਲਾਂ ਮੂਰੀ ਗੱਲ ਸੁਣ ਲਓ, ਮੈਂ ਕੀ ਉਹਦਾ ਭਾਵ ਇਹ ਆ ਵੀ ਜੇ ਕੈਪਟਨ ਗਲਤੀ ਕਰਦਾ, ਤੁਸੀਂ ਸਾਨੂੰ ਵੀ ਉਸ ਗਲਤੀ ਨਾਲ ਲਬੇੜੋ, ਇਹ ਨਹੀਂ ਹੋ ਸਕਦਾ। ਕੈਪਟਨ ਤੁਹਾਡੀ ਸਰਕਾਰ ਤੇ ਆਰੋਪ ਹੈ ਨਾ, ਤੁਹਾਡੀ ਸਰਕਾਰ ਤੇ ਆਰੋਪ ਹੈ ਕਿ ਗਲਤੀ ਤੁਹਾਡੀ ਸਰਕਾਰ ਕਰ ਰਹੀ ਹੈ। ਹੱਲ ਕਰਨ ਨੂੰ ਤਿਆਰ ਸੀ, ਉਹ ਤੇ ਅਸੀਂ ਡਾਇਲੋਗ ਕਹਿੰਦੇ ਆ, ਪਰ ਜਿਸ ਦਿਨ ਸਾਡਾ ਵਿਸ਼ਾ ਹੀ ਹੋਰ ਸੀ, ਜਾਂ ਤੇ ਮੈਂ ਉਸ ਦਿਨ ਜਾਂ ਅਰੁਣ ਜੀ ਜਾਂ ਜਿੰਨੇ ਵੀ ਲੀਡਰ ਆ, ਜੇ ਉਸ ਦਿਨ ਉਹ ਕਿਸਾਨੀ ਤੇ ਡਾਇਲੋਗ ਕਰਦੇ ਤਾਂ ਫਿਰ ਕਿਹਾ ਜਾ ਸਕਦਾ ਵੀ ਯਾਰ ਤੁਸੀਂ ਅੱਜ ਕਿਸਾਨੀ ਤੇ ਬੋਲ ਰਹੇ ਆ, ਸਾਡੀ ਗੱਲ ਨਹੀਂ ਸੁਣ ਰਹੇ। ਪਰੰਤੂ ਜੇ ਗੱਲ ਹੀ ਹੋਰ ਆ ਤੇ ਉੱਥੇ ਮੈਨੂੰ ਲੱਗਦਾ ਵੀ ਇੱਕ ਤੇ ਮੈਂ ਤੁਹਾਨੂੰ ਇਹ ਨਹੀਂ ਲੱਗ ਰਿਹਾ, ਤੁਹਾਨੂੰ ਆ ਨਹੀਂ ਲੱਗ ਰਿਹਾ ਕਿ ਤੁਹਾਡੇ ਜਿਹੜੇ ਆਗੂਆਂ ਦੇ ਬਿਆਨ ਆ ਰਹੇ ਨੇ, ਕਦੇ ਨਕਸਲੀ ਦੱਸ ਦਿੰਦੇ ਨੇ, ਕਦੇ ਵੱਖਵਾਦੀ ਦੱਸ ਦਿੰਦੇ ਨੇ, ਕਦੇ ਖਾਲਿਸਤਾਨੀ ਦੱਸ ਦਿੰਦੇ ਨੇ। ਹਰਜੀਤ ਗਰੇਵਾਲ ਤੇ ਇਹ ਵੀ ਕਹਿੰਦੇ ਨੇ ਕਿ ਪਿਛਲੇ 10 ਸਾਲ ਤੋਂ ਕਾਮਰੇਡ ਜਿਹੜੇ ਨੇ ਉਹ ਇਸ ਅੰਦੋਲਨ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਆ ਅਸਲ ਵਿਰੋਧ ਦਾ ਕਾਰਨ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ। ਦੇਖੋ, ਜਦੋਂ ਬਿੱਟੂ ਦੀ ਉਥੇ ਆਪਣੇ MP ਸਾਹਿਬ ਦੇ ਜਦੋਂ ਵਿਰੋਧ ਹੋਇਆ ਤੇ ਮੈਨੂੰ ਲੱਗਦਾ ਵੀਡੀਓ ਉਹਨਾਂ ਨੇ ਆਪ ਹੀ ਬੋਲਿਆ, ਕਾਂਗਰਸੀਆਂ ਨੇ, ਬਹੁਤ ਕਾਂਗਰਸੀ ਉੱਤੇ ਲਾਈਵ ਹੋਏ, ਬਿੱਟੂ ਖੁਦ ਲਾਈਵ ਹੋਏ, ਪਰੰਤੂ ਉਹਦਾ ਕਿਉਂ ਨਹੀਂ ਵਿਰੋਧ ਹੋ ਰਿਹਾ? ਕਿਉਂਕਿ ਉਹ ਕਾਂਗਰਸ ਸਰਕਾਰ ਦੇ ਮੌਜੂਦਾ ਬੰਦੇ ਆ। ਹੋਰ ਕਿੰਨਾ ਵਿਰੋਧ ਹੋਊਗਾ? ਸਟੇਜ ਤੇ ਚੜਨ ਨਹੀਂ ਦਿੱਤਾ ਗਿਆ, ਅੰਦੋਲਨ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ, ਹੋਰ ਇਸ ਤੋਂ ਜ਼ਿਆਦਾ ਕੀ ਵਿਰੋਧ ਮੰਗਦੇ ਹੋ ਤੁਸੀਂ? ਜਿਹੜੇ ਪੰਜਾਬ 'ਚ ਤੇ ਉਹਨਾਂ ਦੇ ਨਾਲ ਆ ਸਾਰੇ, ਤੇ ਦੂਸਰਾ ਉਹ ਜਿਹੜੀ ਜਿੱਥੇ ਵੀ ਕਿਸਾਨ ਜਿਹੜੇ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਆਗੂ ਨੂੰ ਆਪਣੀ ਸਟੇਜ ਸਾਂਝੀ ਕਰਨ ਨਹੀਂ ਦਿੰਦੇ, ਆਪਣੀ ਸਟੇਜ ਤੇ ਚੜਨ ਨਹੀਂ ਦਿੰਦੇ, ਕਿ ਤੁਸੀਂ ਇਹ ਚੀਜ਼ ਦੇਖੀ ਹੈ? ਕਿੱਥੇ ਵੀ ਸੰਯੁਕਤ ਮੋਰਚੇ ਦੀ ਅਗਰ ਕੋਈ ਕਾਨਫਰੰਸ ਹੁੰਦੀ ਹੈ, ਕਿਤੇ ਕੋਈ ਅੰਦੋਲਨ ਹੁੰਦਾ ਹੈ, ਪੈਰਲਰ ਬੇਸ਼ੱਕ ਕੋਈ ਪ੍ਰੋਗਰਾਮ ਚਲਾ ਰਿਹਾ ਹੋਏ, ਲੇਕਿਨ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਝੰਡੇ ਦੀ ਕੋਈ ਜਗ੍ਹਾ ਨਹੀਂ ਹੈ। ਸਪਸ਼ਟ ਕਿਸਾਨ ਕਹਿ ਚੁੱਕੇ ਨੇ, ਔਰ ਜਿਹੜਾ ਵੀ ਪੋਲੀਟੀਕਲ ਪਾਰਟੀ ਦਾ ਝੰਡਾ ਲੈ ਕੇ ਜਾਂਦਾ ਉਹਦਾ ਵਿਰੋਧ ਹੁੰਦਾ ਹੈ। ਬਿੱਟੂ ਦਾ ਵਿਰੋਧ ਹੋਇਆ, ਕੁਲਵੀਰ ਜੀਰਾ ਦਾ ਵਿਰੋਧ ਹੋਇਆ, ਹੋਰ ਕਈ ਕਾਂਗਰਸੀਆਂ ਦਾ ਉੱਥੇ ਵਿਰੋਧ ਹੁੰਦਾ ਨਜ਼ਰ ਆਇਆ ਸੀ, ਔਰ ਹੁਣ ਤੁਹਾਡਾ ਵਿਰੋਧ ਹੋ ਰਿਹਾ। ਤੁਸੀਂ ਐ ਨਹੀਂ ਮੰਨਦੇ ਕਿ ਤੁਹਾਡੇ ਆਪਣੇ ਨੇਤਾਵਾਂ ਦੇ ਜਿਹੜੇ ਸ਼ਬਦਾਵਲੀ ਹੈ ਉਸ ਤੋਂ ਕੰਟਰੋਲ ਕਰਨ ਦੀ ਲੋੜ ਹੈ? ਮੈਂ ਕਹਿੰਦਾ ਜਿਹੜੀ ਕਾਂਗਰਸ ਦੇ ਵੀ ਆ ਜਾਂ ਹੋਰ ਆ, ਉਹ ਵੀ ਸ਼ਬਦ ਜਿਹੜੇ ਆ, ਅਸੀਂ ਤਾਂ ਇਹ ਕਿਹਾ ਵੀ ਇਹਨਾਂ ਦਾ ਚੈੱਕ ਕੀਤਾ ਹੋਇਆ ਵੀ ਕੁਝ ਲੀਡਰਾਂ ਦਾ ਵੀ ਉਹ ਕਿਤੇ ਨਾ ਕਿਤੇ ਵੀ ਉਹ ਕਾਮਰੇਡਾਂ ਨਾਲ ਪਿੱਛੇ ਜੁੜੇ ਆ, ਇਹੀ ਸ਼ਬਦ ਵਰਤੇ ਉਹਨਾਂ ਨੇ। ਤੇ ਪਰ ਬਿੱਟੂ ਨੇ ਜੋ ਸ਼ਬਦ ਕਿਹਾ ਸੀ, ਉਹਨੇ ਤਾਂ ਯੂਥ ਨੂੰ ਵੀ ਮੰਡੀਰ ਸ਼ਬਦ, ਪਤਾ ਨਹੀਂ ਕਿੱਦਾਂ ਦੇ ਸ਼ਬਦ ਵਰਤੇ ਆ ਨਾ। ਤੇ ਇਹ ਤੁਸੀਂ ਸ਼ਬਦਾਲੀ, ਸਾਡੀ ਸ਼ਬਦਾਲੀ ਪਤਾ ਨਹੀਂ ਕਿਉਂ ਕਹਿੰਦੇ। ਮੈਨੂੰ ਲੱਗਦਾ ਸ਼ਬਦਾਂ ਨੂੰ ਛੱਡ ਕੇ ਇਹਨੂੰ ਮਸਲੇ ਨੂੰ, ਜਥੇਬੰਦੀਆਂ ਨੂੰ ਡਾਇਲੋਗ ਤੇ ਆਉਣਾ ਚਾਹੀਦਾ। ਡਾਇਲੋਗ ਕਰਕੇ ਜਣੀ ਸਾਹਿਬ ਆਲਰੇਡੀ ਕਹਿ ਰਹੇ ਆ ਵੀ ਅਸੀਂ ਚਾਹੁੰਦੇ ਆ ਹੁਣ ਜਲਦੀ ਡਾਇਲੋਗ ਚਾਲੂ ਕਰੀਏ। ਡਾਇਲੋਗ ਚੱਲ ਕਰਕੇ ਡਾਇਲੋਗ ਕਰਨ ਲਈ ਤਿਆਰ ਹੈ, ਉਹ ਤੇ ਸਿੱਧੇ ਤੌਰ ਤੇ ਕਹਿ ਰਹੇ ਆ ਲਓ ਗੱਲਬਾਤ ਕਰ ਲਓ। ਤੁਹਾਡੇ ਪ੍ਰਧਾਨ ਮੰਤਰੀ ਕਹਿੰਦੇ ਇੱਕ ਫੋਨ ਕਾਲ ਦੀ ਦੂਰੀ ਤੇ, ਫੋਨ ਕੌਣ ਕਰੂਗਾ? ਪ੍ਰਧਾਨ ਮੰਤਰੀ ਫੋਨ ਨਹੀਂ ਕਰ ਰਹੇ, ਤੁਹਾਡਾ ਹੋਰ ਕੋਈ ਮੰਤਰੀ ਫੋਨ ਨਹੀਂ ਕਰ ਰਿਹਾ। ਉਹ ਇਹੀ ਕਹਿ ਰਹੇ ਨੇ ਕਿ ਸਾਡਾ ਜਿਹੜਾ ਪ੍ਰਸਤਾਵ ਹੈ ਤੁਸੀਂ ਉਸ ਤੇ ਆ ਕੇ ਗੱਲਬਾਤ ਕਰ ਲਓ, ਜੇ ਤੁਹਾਨੂੰ ਉਹ ਮਨਜ਼ੂਰ ਹੈ, ਨਹੀਂ ਹੈ ਤੇ ਤੁਸੀਂ ਆਪਣੇ ਰਾਹ, ਅਸੀਂ ਆਪਣੇ ਰਾਹ।
ਜਦੋਂ ਇਹ ਗੱਲ ਆ ਜਾਂਦੀ ਹੈ ਤੇ ਫਿਰ ਕਿੱਥੇ ਤੁਸੀਂ ਡਾਇਲੋਗ ਕਰਨ ਲਈ ਤਿਆਰ ਹੋ ਰਹੇ ਹੋ? ਵਨੀਤ ਜੀ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ, ਤੁਹਾਨੂੰ ਵੀ ਪਤਾ ਮੈਨੂੰ ਪਤਾ, ਜਦੋਂ ਡਾਇਲੋਗ ਹੋਣਾ ਆ ਉਹ ਪਤਾ ਫੋਨ ਕਿਹਨੂੰ ਕਰਨਾ ਤੇ ਕਿੱਦਾਂ ਹੁੰਦਾ ਸਭ ਪਤਾ ਹੁੰਦਾ, ਕਿਉਂਕਿ ਇੱਕ ਵਾਰੀ ਨੇ ਆਪਾਂ ਬਹੁਤ ਵਾਰੀ ਬੈਠ ਚੁੱਕੇ ਹਾਂ। ਮੈਨੂੰ ਲੱਗਦਾ ਉਹਦੇ ਵਿੱਚ ਹੁਣ ਫਿਰ ਜਿਹੜਾ ਤਾਰੀ ਘਟਨਾ ਮੈਨੂੰ ਜਿਹੜਾ ਪਤਾ ਕੁਝ ਦਿਨ ਪਹਿਲਾਂ ਵੀ ਇਹ ਜਲਦੀ ਹੀ ਬੈਠਣ ਦੀ ਰਣਨੀਤੀ ਬਣ ਚੁੱਕੀ ਆ। ਉਹਨਾਂ ਨੇ ਬੈਠ ਕੇ ਤਕਰੀਬਨ ਉਹਦੀ ਗੱਲ ਬਹੁਤ ਲਾਗੇ ਪਹੁੰਚ ਚੁੱਕੀ ਆ। ਮੈਨੂੰ ਲੱਗਦਾ ਕੁਝ ਸ਼ਰਾਰਤੀ ਪਾਰਟੀਆਂ ਜਾਂ ਕੁਝ ਲੋਕ ਇਹ ਚਾਹੁੰਦੇ ਵੀ ਨਹੀਂ ਆ ਵੀ ਇਹ ਹੱਲ ਹੋਵੇ। ਉਹਨਾਂ ਨੂੰ ਲੱਗਦਾ ਜੇ ਹੱਲ ਹੋ ਜਾਂਦਾ ਭਾਜਪਾ ਕਿਤੇ ਕ੍ਰੈਡਿਟ ਨਾ ਲੈ ਜਾਵੇ, ਇਸ ਲਈ ਉਹਨੂੰ ਰੋਕਣ ਵਾਸਤੇ ਵੀ ਕਈ ਰਾਜਨੀਤੀ ਚਾਲਾਂ ਚੱਲਦੇ ਆ। ਪਰੰਤੂ ਸਾਨੂੰ ਸਾਰਿਆਂ ਨੂੰ ਇਸ ਸਮਝਦਾਰੀ ਨਾਲ ਇਹਦਾ ਹੱਲ ਵੀ, ਸਮਾਜ ਦਾ ਵੀ ਹੱਲ ਹੋ ਜਾਵੇ, ਜਿਹੜਾ ਕਿਸਾਨ ਆ ਉਹਦਾ ਵੀ ਭਲਾ ਹੋ ਜਾਵੇ, ਕਿਉਂਕਿ ਅਸੀਂ ਪੰਜਾਬੀ ਹਾਂ, ਸਾਰੇ ਪੰਜਾਬੀ ਹੋਣ ਦੇ ਨਾਤੇ ਸਾਡਾ ਕਿਸਾਨੀ ਨਾਲ ਹਰ ਇੱਕ ਦਾ ਕਿਸੇ ਨਾ ਕਿਤੇ ਲਿੰਕ ਆ। ਤੁਹਾਡਾ ਵਿਰੋਧ ਹੋ ਰਿਹਾ, ਤੁਹਾਡੇ ਆਗੂਆਂ ਦਾ ਜਿਹੜਾ ਵਿਰੋਧ ਹੋ ਰਿਹਾ, ਉਸ ਨੂੰ ਲੈ ਕੇ ਕੀ ਰਣਨੀਤੀ ਹੈ? ਉਹਦੇ ਪ੍ਰਧਾਨ ਜੀ ਨੇ ਪ੍ਰੈਸ ਕਾਨਫਰੰਸ 'ਚ ਕਹਿਤਾ ਵੀ ਅਸੀਂ ਇਹਦਾ ਸੰਘਰਸ਼ ਕਰਾਂਗੇ, ਉਹਦੇ ਉੱਤੇ ਪੰਜਾਬ ਸਰਕਾਰ ਤੋਂ ਅਸਤੀਫਾ ਮੰਗਾਂਗੇ, ਉਹਦੇ ਲਈ ਇਹ ਸੰਘਰਸ਼ ਜਾਰੀ ਕਰਨਗੇ। ਕੈਪਟਨ ਸਰਕਾਰ ਨੂੰ ਲਾਉਣ ਵਾਸਤੇ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ। ਕਿਸਾਨਾਂ ਦੇ ਮਸਲੇ ਨੂੰ ਲੈ ਕੇ ਉਹਦਾ ਡਾਇਲੋਗ ਕਰਾਂਗੇ, ਹੱਲ ਕਰਾਂਗੇ। ਚਲੋ ਉਹਦਾ ਹੱਲ ਕਰਾਂਗੇ, ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਵਾਰ ਜਦੋਂ ਬੈਠਕ ਹੁੰਦੀ ਹੈ ਤੇ ਉਸ ਬੈਠਕ ਦੇ ਵਿੱਚ ਕਿਆ ਕੇਂਦਰ ਆਪਣੇ ਰੁਖ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਵ ਕਰਦਾ ਹੈ ਜਾਂ ਹਜੇ ਵੀ ਨਾ ਔਰ ਹਾਂ ਦੀ ਕੰਡੀਸ਼ਨ ਹੀ ਬਣੀ ਰਹਿੰਦੀ ਹੈ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਚੰਡੀਗੜ੍ਹ।